जाओ कि केस खिलार के पग बंधते हैं, नंबर कटे जाने भावें जितनी मर्जी सोहनी पग बंधी हो ना, 10 तो 9 नंबर आउण, 10 तो 10 नंबर आउण पग दे भाई तुम अमर छकिया केस खिलारे या कंगा तुहाडा नहीं हैगा, तुहाडे 2 या 3 नंबर कटे ही जाने, वध भी कटे जा सकते हैं, अगले की मर्जी है। अगे वास्ते सिक्ख्या तुहाडी जेब से कंगा जेब से जगह कितने केस को रखी लगे बड़ा सोहना उपराला किया जाता है, बच्चों को जोड़ना चाहिए। अज जो उपराला होया देखो ना, सवेरे भी बेनती की पोह का महीना चलिया होया है। ये पोह का वो महीना जिस महीने एक हफ्ते के कलगियां वाले का सारा परिवार शहीदियां पा जाता है, सारा परिवार कौम के लेखे लग जाता है। और धन गुरु कलगीधर पातशाह जी इन्ने को मान दे नाल, इन्ने को जज्बे दे नाल जदों अपने बच्चों को तोरते हैं ना, जदों उन्होंने अपने बड़े बच्चे अपन अखां के सामने तोरे ते भाई दया सिंह कहंदा सी कि सतगुरु 2 बच्चे ते तुहानूं मिलने नहीं, क्योंकि सरसा नदी ते विछोड़ा पै गया और वो ऐसा विछोड़ा सी कि पहली ते आखिरी मिलनी है भी वो 2 ते नहीं मिलने। सतगुरु तुसीं 2 बच्चे ते अपने कोल रख लो ना। ते कलगीधर ने आने वाली पीढ़ी वाल वेख के, तुहाडे वाल वेख के, नौजवानों वाल वेख के कहा सी कि मैं इन पुत्रन के सीस पर मेरे मालक ने दया सिंह नूं कहा सी। चरण सिंह सफरी ने बड़े कमाल दीआं लाइनां लिखियां। वो कहंदा कि मैनूं रता परवाह नहीं, भावें जग सारा लख वारी रण दा चोर समझे, पर मैं ये ना सुना कि गोबिंद सिंह ने सिख होर समझे ते पुत होर समझे। और उस तो बाद जदों वेखिया ना ते कलगीधर पातशाह ने वेखिया अपने 4 बच्चे शहीद करवा दिते, 2 चमकौर दीआं गड़ियां च ते 2 फिर अगे सरहंद दीआं नीहां विच चिणे जांदे आ। पिपलां नाल बन्ह के गुरेलां मारीਆਂ ਜਾਂਦੀਆਂ ਨੇ, ਅੱਖਾਂ ਵਿੱਚ ਗੁਰੇਲਾਂ ਵੱਜਦੀਆਂ ਨੇ, ਤੂਤ ਦੀਆਂ ਛੱਡੀਆਂ ਨਾਲ ਕੁੱਟਿਆ ਜਾਂਦਾ 7 ਤੇ 9 ਸਾਲ ਦੇ ਬੱਚਿਆਂ ਨੂੰ। ਸਾਧ ਸੰਗਤ ਬੱਚਿਓ, ਇਹ ਗੱਲ ਚੇਤੇ ਪੱਲੇ ਵਿੱਚ ਬੰਨ ਕੇ ਲੈ ਕੇ ਜਾਇਓ ਵੀ ਕਲਗੀਧਰ ਪਾਤਸ਼ਾਹ ਨੇ ਸਾਡੀ ਆਉਣ ਵਾਲੀ ਪੀੜ੍ਹੀ ਵੱਲ ਹੱਥ ਕਰਕੇ ਉਦੋਂ ਵੀ ਕਿਹਾ ਕਿ ਸਤਿਗੁਰੂ 4 ਵਾਰ ਚੱਲਿਓ, ਤੁਹਾਡੇ ਕੋਲ ਕੋਈ ਵੀ ਇੱਕ ਬੱਚਾ ਨਹੀਂ ਰਿਹਾ। ਤੇ ਮੇਰੇ ਮਾਲਕ ਨੇ ਕਿਹਾ ਸੀ ਕਿ ਇਹਨ ਪੁੱਤਰਨ ਕੀ ਸੀਸ ਪਰ ਵਾਰ ਦੀਏ ਸੁਤ 4 ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਵੀ ਮੈਂ ਆਉਣ ਵਾਲੀ ਪੀੜ੍ਹੀ ਦੇ ਵਿੱਚੋਂ ਸਾਡੇ ਸਾਰਿਆਂ ਦੇ ਵੱਲ ਹੱਥ ਕਰਕੇ ਕਿਹਾ ਵੀ ਮੇਰੇ ਆਉਣ ਵਾਲੀ ਪੀੜ੍ਹੀ, ਨੌਜਵਾਨ ਪੀੜ੍ਹੀ ਸਿੱਖ ਕੌਮ ਦੇ ਵਿੱਚੋਂ ਬੱਚੇ ਪੱਗਾਂ ਬੰਨਣਗੇ, ਦਸਤਾਰਾਂ ਬੰਨਣਗੇ ਨਾ, ਜਦੋਂ ਦਸਤਾਰਾ ਬੰਨ ਕੇ ਗੁਰੂ ਘਰ ਆਇਆ ਕਰਨਗੇ ਤੇ ਮੈਂ ਖੁਸ਼ ਹੋਇਆ ਕਰਾਂਗਾ ਵੀ ਮੇਰਾ ਅਜੀਤ ਸਿੰਘ ਚੱਲ ਕੇ ਆ ਰਿਹਾ। ਜਦੋਂ ਛੋਟਾ ਜਿਹਾ ਬੱਚਾ ਮਾਂ ਦੇ ਨਾਲ ਆਇਆ ਕਰੇਗਾ ਨਾ ਤੇ ਮੈਂ ਸੋਚਿਆ ਕਰਾਂਗਾ ਵੀ ਮੇਰਾ ਫਤਿਹ ਸਿੰਘ ਚੱਲ ਕੇ ਆ ਰਿਹਾ। ਸੋ ਇਸ ਕਰਕੇ ਇਹ ਬਹੁਤ ਸੋਹਣਾ ਉਪਰਾਲਾ ਹੋਇਆ
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੈਠੀ ਹੈ, ਨਗਰ ਪੰਚਾਇਤ ਬੈਠੀ ਹੈ, ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਔਰ ਬਹੁਤ ਹੀ ਸਤਿਕਾਰਯੋਗ ਵੀਰ ਅਮਰਪਾਲ ਸਿੰਘ ਜੀ ਮਹਿਰੋਂ, ਉਹ ਤੇ ਭਾਵੇਂ ਨਹੀਂ ਪਹੁੰਚ ਸਕੀ ਕਿਉਂਕਿ ਉਹਨਾਂ ਦੇ ਵੱਡੇ ਕੰਮ ਨੇ, ਬਹੁਤ ਜ਼ਿਆਦਾ ਵੱਡੇ ਕਾਰਜ ਉਹਨਾਂ ਨੇ ਸੰਭਾਲੇ ਹੋਏ ਆ। ਅੱਜ ਉਹਨਾਂ ਨੂੰ ਕਿਸੇ ਕਾਰਨ ਕਰਕੇ ਮਜਬੂਰੀ ਪੈ ਗਈ, ਹਜ਼ੂਰ ਸਾਹਿਬ ਵੱਲ ਜਾਣਾ ਪੈ ਗਿਆ। ਭਾਈ ਹਰਪ੍ਰੀਤ ਸਿੰਘ ਜੀ ਦੋਦਲੇ ਤੋਂ ਆਏ ਆ, ਉਹਨਾਂ ਤੋਂ ਇਲਾਵਾ ਸਾਡੇ ਵੀਰ ਜੀ ਹੋਰ ਬੈਠੇ ਹੈਗੇ, ਉਹ ਵੀ ਆਏ ਨੇ। ਸਾਡੇ ਜੱਜ ਸਾਹਿਬਾਨ ਬੁਢਲਾਡੇ ਤੋਂ ਜਿਹਨਾਂ ਦੇ ਨਾਮ ਅਨਾਉਂਸ ਕਰਾਂਗੇ ਉਹ ਆਏ ਆ। ਸੋ ਇਹ ਸਾਰਾ ਜਿਹੜਾ ਉਪਰਾਲਾ ਹੋਇਆ ਨਾ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਹੋਇਆ, ਨਗਰ ਪੰਚਾਇਤ ਦੇ ਵੱਲੋਂ ਉਪਰਾਲਾ ਹੋਇਆ, ਵੀਰ ਮੋਹਨ ਸਿੰਘ ਹੋਣੀ ਬੈਠੇ ਆ, ਇਹਨਾਂ ਦੇ ਵੱਲੋਂ ਉਪਰਾਲਾ ਹੋਇਆ। ਨੌਜਵਾਨਾਂ ਨੂੰ ਜੋੜਨ ਦੇ ਵਾਸਤੇ ਇੱਕ ਬੜੀ ਕਮਾਲ ਦੀ ਇਹ ਲਹਿਰ ਹੈ। ਗੁਰੂ ਨਾਨਕ ਬਾਬਾ ਜੀ ਨੇ ਇੱਕ ਲਹਿਰ ਚਲਾਈ ਬੱਚਿਓ, ਉਹਦਾ ਨਾਮ ਸੀ ਘਰ ਘਰ ਅੰਦਰ ਧਰਮਸ਼ਾਲਾ। ਬੋਲੋ ਜੀ, ਘਰ ਘਰ ਅੰਦਰ ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਜਦੋਂ ਤੁਰੇ ਨਾ, ਤੇ ਗੁਰੂ ਨਾਨਕ ਸਾਹਿਬ ਨੇ 38000 ਮੀਲ ਦਾ ਪੈਂਡਾ ਤੈਅ ਕੀਤਾ। ਕਿੰਨਾ ਕੀਤਾ ਜੀ? 38000। ਬਾਬੇ ਨੇ 4 ਉਦਾਸੀਆਂ ਕੀਤੀਆਂ। ਉਹਨਾਂ 4 ਉਦਾਸੀਆਂ ਦੇ ਵਿੱਚ ਬਾਬੇ ਨੂੰ ਦੁੱਖ ਸਹਿਣੇ ਪਏ। ਭਾਈ ਗੁਰਦਾਸ ਜੀ ਕਹਿੰਦੇ ਰੇਤ ਅੱਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ। ਪਰ ਗੁਰੂ ਨਾਨਕ ਜੀ ਇੱਕ ਮਿਸ਼ਨ ਲੈ ਕੇ ਤੁਰੇ, ਗੁਰੂ ਨਾਨਕ ਜੀ ਇੱਕ ਉਪਦੇਸ਼ ਲੈ ਕੇ ਤੁਰੇ। ਉਹ ਜ਼ਿੰਦਗੀ 'ਚ ਇੱਕ ਏਮ ਲੈ ਕੇ ਤੁਰੇ ਕਿ ਹਰ ਘਰ ਦੇ ਅੰਦਰ ਧਰਮਸ਼ਾਲਾ ਬਣੇ। ਹਰ ਘਰ ਦੇ ਅੰਦਰ ਭਾਵ ਕਿ ਜਿੱਥੇ ਧਰਮ ਦੀ ਗੱਲ ਹੋਵੇ, ਘਰ ਘਰ ਅੰਦਰ ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਉਹ ਉਪਦੇਸ਼ ਲੈ ਕੇ ਤੁਰੇ ਤੇ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ। ਹਰ ਇੱਕ ਘਰ ਦੇ ਵਿੱਚ ਪਹੁੰਚੇ। ਉਹ ਮਾੜੇ ਲੋਕਾਂ ਦੇ ਵਿੱਚ ਜਾ ਕੇ ਬੈਠੇ, ਸੱਜਣ ਠੱਗ ਵਰਗਿਆਂ ਕੋਲ ਜਾ ਕੇ ਬੈਠੇ, ਜਿਹੜੇ ਉਹਨਾਂ ਨੂੰ ਬੁਰਾ ਭਲਾ ਬੋਲਦੇ ਰਹੇ, ਕੌਡੇ ਰਾਖਸ਼ ਵਰਗਿਆਂ ਕੋਲ ਜਾ ਕੇ ਬੈਠੇ। ਸੋ ਇਹ ਗੁਰੂ ਨਾਨਕ ਦਾ ਚਲਾਇਆ ਹੋਇਆ ਮਿਸ਼ਨ ਹੈ। ਗੁਰੂ ਨਾਨਕ ਦੀ ਇੱਕ ਪੈਦਾਵਾਰ ਕੀਤੀ ਹੋਈ ਫੁਲਵਾੜੀ ਹੈ। ਇਹ ਤਲਵੰਡੀ ਤੋਂ ਸਫ਼ਰ ਚੱਲਿਆ, ਤਲਵੰਡੀ ਤੇ ਜਾ ਕੇ ਸਫ਼ਰ ਮੁੱਕਦਾ ਹੈ। ਇਹਦੇ ਵਿੱਚ ਪ੍ਰੋਬਲਮਾਂ, ਮੁਸੀਬਤਾਂ ਬੜੀਆਂ ਆਈਆਂ, ਪਰ ਇਹ ਮੇਰੇ ਨਾਨਕ ਪਾਤਸ਼ਾਹ ਦਾ ਇੱਕ ਦਿੱਤਾ ਹੋਇਆ ਵਜੂਦ ਹੈ। ਸੋ ਆਪ ਜਿੰਨੇ ਬੱਚਿਆਂ ਨੇ ਭਾਗ ਲਿਆ, ਨੌਜਵਾਨ ਵੀਰਾਂ ਨੇ ਭਾਗ ਲਿਆ, ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਜਿਨ੍ਹਾਂ ਨੇ ਦਸਤਾਰਾਂ ਬੰਨ੍ਹੀਆਂ ਸਿੱਖੀਆਂ, ਔਰ ਆਸ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਅਸੀਂ ਬੇਨਤੀ ਕਰਕੇ ਜਾਵਾਂਗੇ, ਨਗਰ ਪੰਚਾਇਤ ਨੂੰ ਬੇਨਤੀ ਕਰਕੇ ਜਾਵਾਂਗੇ ਵੀ ਬੱਚਿਆਂ ਨੂੰ ਹੌਸਲਾ ਅਫਜ਼ਾਈ ਦੇਣ ਦੇ ਵਾਸਤੇ ਜਿੰਨਾ ਸਾਡੇ ਤੋਂ ਹੋਏਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਅਸੀਂ ਤੁਹਾਨੂੰ ਮੈਡਲ ਵੀ ਦਿਆ ਕਰਾਂਗੇ, ਅਸੀਂ ਸਰਟੀਫਿਕੇਟ ਵੀ ਦਿਆ ਕਰਾਂਗੇ, ਜਿੰਨਾ ਅਸੀਂ ਕਰਾਂਗੇ। ਬਾਕੀ ਵੀਰ ਮੋਹਣਾ ਸਿੰਘ ਜੀ ਹੋਣੀ ਬੈਠੇ ਆ, ਜਿੰਨਾ ਸਹਿਯੋਗ ਇਹ ਦੇਣਗੇ ਉਹ ਵੀ ਸਾਡਾ ਸਿਰ ਮੱਥੇ, ਜੋ ਹੁਕਮ ਤੁਸੀਂ ਲਾਓਗੇ ਅਸੀਂ ਉਹ ਰਲ ਮਿਲ ਕੇ ਕਰਦੇ ਰਵਾਂਗੇ। ਪਰ ਸਾਡਾ ਕੇਵਲ ਤੇ ਕੇਵਲ ਇੱਕੋ ਸਾਂਝ ਹੈ, ਆਓ ਗੁਰੂ ਕਲਗੀਧਰ ਜੀ ਦੇ ਧੀਆਂ ਪੁੱਤਰ ਸਜੀਏ, ਅੰਮ੍ਰਿਤ ਛਕੀਏ, ਦਸਤਾਰਾਂ ਬੰਨ੍ਹ ਕੇ, ਸੋਹਣੇ ਦੁਮਾਲੇ ਬੰਨ੍ਹ ਕੇ ਦਸਤਾਰਾਂ ਸਜਾ ਕੇ ਗੁਰੂ ਘਰ ਆਇਆ ਕਰੀਏ, ਬਾਣੀ ਪੜਿਆ ਕਰੀਏ, ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਵਾਰੀਏ। ਸੋ ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕੁਝ ਇੱਕ ਵਿਚਾਰਾ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਭਾਈ ਹਰਪ੍ਰੀਤ ਸਿੰਘ ਜੀ ਦੋਦੜਾ ਆਪ ਸਾਰਿਆਂ ਦੇ ਨਾਲ ਸੰਗਤਾਂ ਦੇ ਨਾਲ ਕਰਨਗੇ। ਮੈਂ ਬੇਨਤੀ ਕਰਾਂਗਾ ਸਟੇਜ ਤੇ ਆਉਣ ਤੇ ਆਪ ਸੰਗਤਾਂ ਦੇ ਨਾਲ ਕੁਝ ਇੱਕ ਵਿਚਾਰਾ ਸਾਂਝੀਆਂ ਕਰਨਗੇ। ਭਾਈ ਹਰਪ੍ਰੀਤ ਸਿੰਘ ਜੀ ਦੋਦੜਾ ਕਥਾਵਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कमाले करामत कायम करीम रजावन बख्शो रिहा कुल रहीम कलगीधर पातशाह ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੋਈ ਫਤਿਹ ਗਜਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਵੇਂ ਮਾਨਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਡੇ ਨੌਜਵਾਨ ਵੀਰ ਭੈਣ ਭਰਾ ਬੈਠੇ ਹੈ, ਭਾਈ ਚਮਕੌਰ ਸਿੰਘ ਜੀ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਉੱਤਮ ਉਪਰਾਲਾ ਕੀਤਾ ਹੈ। ਮੇਰੇ ਤੋਂ ਪਹਿਲਾਂ ਭਾਈ ਪ੍ਰਵਿੰਦਰ ਸਿੰਘ ਜੀ ਜੋ ਪ੍ਰਚਾਰਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਇਤਿਹਾਸ ਦੇ ਵਿੱਚੋਂ ਥੋੜੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਦਸਤਾਰ ਦੇ ਸੰਬੰਧ ਤੇ ਗੁਰੂ ਦੇ ਫਰਜ਼ੰਦਾਂ ਦੇ ਸ਼ਹੀਦੀ ਦੇ ਸੰਬੰਧ 'ਚ ਤੁਹਾਡੇ ਸਾਹਮਣੇ ਚਾਨਣਾ ਪਾਇਆ। ਮੈਂ ਤੁਹਾਨੂੰ 2 ਬੇਨਤੀਆਂ ਕਰੂੰਗਾ ਕਿਉਂਕਿ ਸਮਾਂ ਥੋੜਾ ਹੈ, ਪਹਿਲਾਂ ਹੀ ਬਹੁਤ ਹੋ ਚੁੱਕਿਆ ਸਮਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਜ਼ਿੰਦਗੀ ਸਾਡੀ ਹੈ ਤੇ ਕੌਮ ਦੀ ਜ਼ਿੰਦਗੀ ਹੈ, ਇੱਕ ਕੌਮ ਦੀ ਜ਼ਿੰਦਗੀ, ਇੱਕ ਸਾਡੀ ਜ਼ਿੰਦਗੀ। ਇਹਦਾ ਜਿਹੜਾ ਪੈਮਾਨਾ ਹੈ, ਇਹਨੂੰ ਜੇ ਦੇਖਣਾ ਹੈ ਤਾਂ 4 ਗੱਲਾਂ ਨੋਟ ਕਰਨੀਆਂ ਪੈਂਦੀਆਂ ਨੇ। ਪਹਿਲੀ ਹੁੰਦੀ ਹੈ ਗੁਫ਼ਤਾਰ, ਦੂਸਰੀ ਹੁੰਦੀ ਹੈ ਰਫ਼ਤਾਰ, ਤੀਸਰਾ ਹੁੰਦਾ ਹੈ ਕਿਰਦਾਰ ਤੇ ਚੌਥੀ ਹੁੰਦੀ ਹੈ ਦਸਤਾਰ। ਸਮਝ ਗਏ? ਗੁਫ਼ਤਾਰ ਦਾ ਮਤਲਬ ਹੁੰਦਾ ਹੈ ਬੋਲੀ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਉਹ ਕੀ ਹੈ? ਸਾਡੀ ਮਾਂ ਬੋਲੀ ਗੁਰਮੁਖੀ ਪੰਜਾਬੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਜਣੇ ਪੰਜਾਬੀ ਬੋਲਿਆ ਕਰੋ ਤੇ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਿਆ ਕਰੋ। ਸਤਿਕਾਰ ਨਾਲ ਘਰ ਦੇ ਵਿੱਚ ਚਾਚਾ ਜੀ, ਮਾਤਾ ਜੀ, ਪਿਤਾ ਜੀ ਕਿਹਾ ਕਰੋ। ਹੋਰ ਹੀ ਨਾ ਪੁਰਾਣੇ ਜੇ ਆ ਪਤਾ ਨਹੀਂ ਕਿੱਥੋਂ ਆ ਗਏ ਚਾਚੂ ਜੀ ਜਾਂ ਹਰੇਕ ਨੂੰ ਅੰਕਲ, ਨਹੀਂ, ਇਹ ਸਾਡੇ ਲਫ਼ਜ਼ ਨਹੀਂ ਹੈਗੇ। ਇਹ ਤੁਹਾਨੂੰ ਬੇਨਤੀ ਹੈ, ਮਨੁੱਖ ਦੇ ਅੰਦਰਲੇ ਹਾਵ ਭਾਵ ਵਿਚਾਰ ਮਨੁੱਖ ਦੀ ਬੋਲੀ ਤੋਂ ਪੈਦਾ ਪ੍ਰਗਟ ਹੁੰਦੇ ਨੇ ਕਿ ਇਹਦੇ ਅੰਦਰ ਕੀ ਹੈ।
ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਹਿਲੀ ਬੇਨਤੀ ਹੈ ਕਿ ਗੁਫ਼ਤਾਰ ਸਾਡੀ ਬੋਲੀ ਚੰਗੀ ਹੋਣੀ ਚਾਹੀਦੀ ਹੈ। ਬੋਲੀ ਮਿੱਠੀ ਤੇ ਪਿਆਰੀ ਹੋਵੇਗੀ, ਅਸੀਂ ਜਿਹਦੇ ਨਾਲ ਮਰਜ਼ੀ ਰਿਸ਼ਤਾ ਬਣਾ ਸਕਦੇ ਹਾਂ, ਪਰਮਾਤਮਾ ਨਾਲ ਵੀ ਬਣਾ ਸਕਦੇ ਹਾਂ। ਗੰਢ ਪ੍ਰੀਤੀ ਮਿੱਠੇ ਬੋਲ। ਦੂਜੀ ਹੈ ਰਫਤਾਰ, ਕੌਮ ਦੀ ਤੇ ਸਾਡੀ ਰਫਤਾਰ ਕੀ ਹੈ। ਅਬਦਾਲੀ ਕਹਿੰਦਾ ਹੁੰਦਾ ਸੀ, ਮੈਂ ਇੱਕ ਦਿਨ 'ਚ 40 ਕੋਹ ਪੈਂਡਾ ਤੈਅ ਕਰ ਸਕਦਾ, ਪਰ ਸਿੱਖਾਂ ਨੇ, ਖਾਲਸੇ ਨੇ ਇੱਕ ਦਿਨ ਦੇ ਵਿੱਚ, ਸਾਡੀਆਂ ਗੁਰੂ ਕੀਆਂ ਫੌਜਾਂ ਨੇ 60 ਕੋਹ ਘੋੜੇ ਤੇ ਪੈਂਡਾ ਤੈਅ ਕੀਤਾ ਹੈ। ਤੀਸਰੀ ਹੁੰਦੀ ਹੈ ਕਿਰਦਾਰ, ਸਾਡਾ ਆਚਰਣ ਕੀ ਹੈ। ਜਿਸ ਮਨੁੱਖ ਦਾ ਆਚਰਣ ਥੱਲੇ ਡਿੱਗਿਆ ਹੋਇਆ, ਕਿਰਦਾਰ ਥੱਲੇ ਡਿੱਗਿਆ ਹੋਇਆ, ਉਹ ਕਦੇ ਵੀ ਧਰਮੀ ਨਹੀਂ ਹੋ ਸਕਦਾ। ਕਿਰਦਾਰ ਕੀ ਹੈ ਸਾਡਾ। ਕਿਤੇ ਹਰੀ ਸਿੰਘ ਨਲੂਆ ਸਾਹਿਬ ਦਾ ਜੀਵਨ ਪੜ੍ਹੋ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਤੁਹਾਨੂੰ ਬੜੀ ਪਿਆਰੀ ਗਾਥਾ ਮਿਲਦੀ ਹੈ ਕਿ ਦਰਿਆਏ ਖੈਬਰ ਦੇ ਇਲਾਕੇ 'ਚ ਬੈਠੇ ਆ, ਇੱਕ ਪਠਾਣਾ ਦੀ ਧੀ ਹੈ ਜਿਹੜੀ ਮੰਗੇਤਰ ਹੈ ਕਿਸੇ ਰਾਜੇ ਦੇ ਪੁੱਤਰ ਦੀ। ਉਹ ਸੋਚ ਕੇ ਹਰੀ ਸਿੰਘ ਨਲੂਆ ਸਾਹਿਬ ਦੇ ਕੋਲ ਆਉਂਦੀ ਹੈ ਤੇ ਆ ਕੇ ਆਪਣੇ ਮਨ ਦਾ ਸੰਕਲਪ ਬਣਾਉਂਦੀ ਹੈ। ਵਿਸ਼ਾ ਲੰਮਾ ਮੈਂ ਥੋੜੀ ਜਿਹੀ ਤੁਹਾਡੇ ਸਾਹਮਣੇ ਰੱਖਦਾ ਹਾਂ। ਕਹਿੰਦੀ, ਮੈਂ ਸੁਣਿਆ ਕਿ ਸਿੱਖ ਬੜੇ ਯੋਧੇ ਦੇ ਜਰਨੈਲ ਹੁੰਦੇ ਨੇ, ਅੱਜ ਦੇਖ ਵੀ ਲਿਆ। ਇਹਨੇ ਪਹਿਲਾ ਸਵਾਲ ਕੀਤਾ, ਕਹਿੰਦੇ ਤੁਸੀਂ ਇੱਥੇ ਕੀ ਲੈਣ ਵਾਸਤੇ ਆਏ ਹੋ, ਤੁਸੀਂ ਕਿਹਦੇ ਪੁੱਤ ਹੋ। ਜਵਾਬ ਦਿੱਤਾ ਸਰਦਾਰ ਹਰੀ ਸਿੰਘ ਨੇ, ਅਸੀਂ ਗੁਰੂ ਨਾਨਕ ਸਾਹਿਬ ਦੇ ਪੁੱਤ ਹਾਂ ਤੇ ਅਸੀਂ ਧਰਮ ਦੇ ਤੇ ਕੌਮ ਦੀ ਰਾਖੀ ਵਾਸਤੇ, ਭਲੇ ਵਾਸਤੇ ਇੱਥੇ ਆਏ ਹਾਂ। ਸੋ ਨਾਲ ਹੀ ਉਹਨਾਂ ਨੇ, ਬੜੇ ਯੋਧੇ ਜਰਨੈਲ ਸੀ ਨਾ, ਲਗਭਗ 40 ਸਾਲ ਦੀ ਉਮਰ ਸੀ ਉਹਨਾਂ ਦੀ, ਤੇ ਉਹ ਜਿਹੜੀ ਲੜਕੀ ਸੀ ਉਹਦੀ ਉਮਰ ਸੀ 22-23 ਸਾਲ ਦੀ, ਉਹਦਾ ਨਾਮ ਸੀ ਬਾਨੋ। ਤੇ ਉਹਨੇ ਆ ਕੇ ਸਰਦਾਰ ਹਰੀ ਸਿੰਘ ਨਲੂਆ ਸਾਹਿਬ ਨੂੰ ਕਿਹਾ, ਕਹਿੰਦੇ ਮੈਂ ਆਪਣੇ ਪੇਟ ਦੇ ਵਿੱਚੋਂ ਤੁਹਾਡੇ ਵਰਗਾ ਪੁੱਤਰ ਪੈਦਾ ਕਰਨਾ ਚਾਹੁੰਦੀ ਹਾਂ, ਤੇਰੇ ਵਰਗਾ ਪੁੱਤਰ ਨੂੰ ਜਨਮ ਦੇਣਾ ਚਾਹੁੰਦੀ ਹਾਂ। ਸਰਦਾਰ ਹਰੀ ਸਿੰਘ ਨਲੂਆ ਸਾਹਿਬ ਦੇ ਡੋਲੇ ਫੜ ਕੇ ਉਹਨਾਂ ਨੇ ਆਖਿਆ, ਬੀਬੀ ਇਸ ਗੱਲ ਸੁਣ ਕੇ ਕਹਿੰਦੇ ਬਾਹਰ ਚਲੀ ਜਾ, ਨਹੀਂ ਸ਼ਮਸ਼ੀਰ ਨੂੰ ਹੱਥ ਪੈ ਗਿਆ, ਤੂੰ ਸਾਡਾ ਕਿਰਦਾਰ ਪਰਖਣਾ ਚਾਹੁੰਦੀ ਹੈ। ਜਦੋਂ ਬਾਹਰ ਜਾਣ ਲੱਗੀ, ਰੋਂਦੀ ਹੋਈ ਬਾਹਰ ਨਿਕਲੀ ਤੇ ਕਹਿੰਦੀ, ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰ ਚੋਂ ਕੋਈ ਖਾਲੀ ਨਹੀਂ ਆਉਂਦਾ, ਅੱਜ ਮੈਂ ਤਾਂ ਖਾਲੀ ਆ ਰਹੀ ਹਾਂ। ਵਾਪਸ ਜਰਨੈਲ ਹਰੀ ਸਿੰਘ ਨਲੂਆ ਸਾਹਿਬ ਨੇ ਬੁਲਾਈ ਤੇ ਉਹਨੂੰ ਆਖਿਆ, ਤੂੰ ਕਹਿੰਦੀ ਸੀ ਮੇਰੇ ਵਰਗਾ ਪੁੱਤ ਚਾਹੀਦਾ, ਅੱਜ ਤੋਂ ਮੈਂ ਹੀ ਤੇਰਾ ਪੁੱਤਰ ਹਾਂ। ਉਹਦੇ ਪੈਰੀ ਹੱਥ ਲਾਏ ਤੇ ਉਹਦੇ ਸਿਰ ਤੇ ਕੱਪੜਾ ਦਿੱਤਾ। ਹਾਲਾਂਕਿ ਬਾਬਾ ਸਰਦਾਰ ਹਰੀ ਸਿੰਘ ਨਲੂਆ ਸਾਹਿਬ ਦੀ ਉਮਰ 42 ਸਾਲ ਦੀ ਤੇ ਉਹਦੀ 21-22 ਸਾਲ ਦੀ ਹੈ। ਇਹ ਹੈ ਸਾਡਾ ਕਿਰਦਾਰ। ਜਦੋਂ ਇਹ ਤਿੰਨੇ ਗੱਲਾਂ ਦੇ ਵਿੱਚ ਅਸੀਂ ਸਾਹਮਣੇ ਆਪਣੇ ਜੀਵਨ 'ਚ ਲਾਗੂ ਕਰ ਲਾਂਗੇ, ਫਿਰ ਉਸ ਤੋਂ ਬਾਅਦ ਆਉਂਦੀ ਹੈ ਸਾਡੀ ਦਸਤਾਰ। ਇਹ ਕੋਈ 5 ਮੀਟਰ ਦਾ 4 ਮੀਟਰ ਦਾ ਕੱਪੜਾ ਨਹੀਂ ਹੁੰਦੀ, ਇਹਦੇ ਬੜੇ ਸਾਇੰਟਿਫਿਕ ਗੱਲ ਦੇ ਹਿਸਾਬ ਨਾਲ ਵੀ ਤੁਸੀਂ ਦੇਖੋ, ਬੜੇ ਸਾਡੇ ਸਰੀਰ ਵਾਸਤੇ ਵੀ ਲਾਭ ਨੇ। ਇਹ ਸਾਡੇ ਸਿਰ ਦਾ ਇਹ ਨਹੀਂ ਹੈ ਕਿ ਸਿੱਖੀ ਪੱਗ ਬੰਨ੍ਹਦੇ ਨੇ, ਸਿੱਖਾਂ ਨੂੰ ਪਹਿਲਾਂ ਜਿਹੜਾ ਸਾਰੇ ਪੱਗ ਬੰਨ੍ਹਦੇ ਸੀ, ਪਰ ਸਾਡੇ ਗੁਰੂ ਸਾਹਿਬਾਨਾਂ ਨੇ ਇਹਨੂੰ ਸਿਰ ਦਾ ਤਾਜ ਕਹਿ ਕੇ ਨਵਾਜਿਆ। ਕੋਈ ਛੋਟੀ ਗੱਲ ਨਹੀਂ ਹੈ। ਜਿਹੜੇ ਸਾਡੇ ਮੱਥੇ ਦੀ ਹੱਡੀ ਪ੍ਰਮਾਤਮਾ ਨੇ ਇੰਨੀ ਮਜ਼ਬੂਤ ਤਾਂ ਬਣਾਈ ਹੈ ਕਿ ਸਾਡਾ ਦਿਮਾਗ ਸੁਰੱਖਿਅਤ ਰਹਿ ਸਕੇ। ਮੈਂ ਕਲਗੀਧਰ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹਾਂ ਸਾਡੇ ਗੁਰੂ ਸਾਹਿਬਾਨਾਂ ਦਾ, ਜਿਨ੍ਹਾਂ ਨੇ ਸਾਡੇ ਦਿਮਾਗ ਨੂੰ ਹੋਰ ਤੰਦਰੁਸਤ ਰੱਖਣ ਵਾਸਤੇ, ਹੋਰ ਸੁਚੱਜੇ ਤਰੀਕੇ ਨਾਲ ਇਹਦੀ ਪਰਵਰਿਸ਼ ਕਰਨ ਵਾਸਤੇ, ਸਾਨੂੰ ਕੇਸ ਰੱਖਣ ਵਾਸਤੇ ਕਿਹਾ। ਉਦੋਂ ਬਾਅਦ ਸਾਨੂੰ ਸਿਰ ਤੇ ਪੱਗ ਸਜਾਉਣ ਦੀ ਹਦਾਇਤ ਕੀਤੀ ਹੈ। ਪ੍ਰਬੰਧਕਾਂ ਨੇ ਰਲ ਮਿਲ ਕੇ ਯਤਨ ਕੀਤਾ ਹੈ। ਸਾਡੇ ਵੀਰ ਬੈਠੇ ਨੇ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਬੱਚਿਆਂ ਨੂੰ ਕਹਿ ਰਹੇ ਹੋ ਪ੍ਰੋਗਰਾਮ ਕਰਾ ਰਹੇ ਹੋ ਪੱਗ ਬੰਨੋ, ਤੁਸੀਂ ਵੀ ਜ਼ਰੂਰ ਦਸਤਾਰ ਸਜਾਇਆ ਕਰੋ। ਇਸ ਗੱਲ ਤੇ ਮਾਣ ਮਹਿਸੂਸ ਕਰਨਾ ਹੈ ਤੇ ਮਾਣ ਹੈ, ਮਾਣ ਵਾਲੀ ਗੱਲ ਵੀ ਹੈ ਕਿ ਅਸੀਂ ਪੱਗ ਬੰਨ੍ਹਦੇ ਆ। ਦਿੱਲੀ ਤੁਸੀਂ ਜਿੱਤ ਕੇ ਆਏ ਹੋ, ਲੋਕ ਰੋਂਦੇ ਨੇ ਕਿ ਸਰਦਾਰ ਕਾਹਤੋਂ ਚਲੇ ਗਏ। ਉਹ ਸਰਦਾਰੀ ਇਹਦੇ ਕਰਕੇ ਆ, ਹੋਰ ਕਾਸੇ ਕਰਕੇ ਨਹੀਂ ਹੈਗੀ। ਸੋ ਸਾਰਿਆਂ ਨੂੰ ਬੇਨਤੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਰੂਰ ਸੋਹਣੀ ਦਸਤਾਰ ਸਜਾਇਆ ਕਰੋ, ਇਹ ਸਾਡੇ ਸਿਰ ਦਾ ਤਾਜ ਹੈ। ਭੁੱਲਾਂ ਚੁੱਕਾਂ ਨੂੰ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਭਾਈ ਹਰਪ੍ਰੀਤ ਸਿੰਘ ਜੀ ਟੋਡੜਾ। ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਬਚਨ ਮੈਨੂੰ ਚੇਤੇ ਆ ਰਿਹਾ ਸੀ ਜਦੋਂ ਭਾਈ ਸਾਹਿਬ ਬੋਲ ਰਹੇ ਸੀ ਨਾ। ਪ੍ਰਿੰਸੀਪਲ ਗੰਗਾ ਸਿੰਘ ਇੱਕ ਬੜਾ ਪਿਆਰਾ ਬਚਨ ਲਿਖਦੇ, ਉਹ ਕਹਿੰਦੇ ਕਿ ਚੰਗਾ ਬੁਲਾਰਾ ਜਿਹੜਾ ਹੁੰਦਾ ਨਾ, ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨਾ ਚਾਹੁੰਦਾ। ਤੇ ਭਾਈ ਸਾਹਿਬ ਜੀ ਦੇ ਵਿੱਚ ਮੈਂ ਖਾਸੀਅਤ ਲਿਖੀ ਆ, ਕਈ ਵਾਰ ਇਹਨਾਂ ਨੂੰ ਸੁਣਿਆ। ਸੋ ਬਹੁਤ ਬਹੁਤ ਧੰਨਵਾਦ ਹੈ। ਹੁਣ ਆਪਾਂ ਬਹੁਤਾ ਸਮਾਂ ਨਾ ਲਈਏ। ਸਾਡੇ ਦਰਮਿਆਨ ਬੜੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ। ਭਾਈ ਸੁਖਵਿੰਦਰ ਸਿੰਘ ਜੀ ਤਰਨਤਾਰਨ ਤੋਂ, ਬਾਬਾ ਬਿਧੀ ਚੰਦ ਜੀ ਦਾ, ਮਹਿਕਦੀਪ ਸਿੰਘ ਜੀ ਮਝੈਲ ਤਰਨਤਾਰਨ ਤੋਂ, ਸਰਦਾਰ ਸੁਖਨਾਮ ਸਿੰਘ ਜੀ ਮਾਨੋਚਾਲ ਤੋਂ, ਸਰਦਾਰ ਗੁਰਵਿੰਦਰ ਸਿੰਘ ਜੀ ਤਰਨਤਾਰਨ ਤੋਂ, ਕਲੱਬ ਦੇ ਪ੍ਰਧਾਨ ਭਾਈ ਮਨਮੋਹਨ ਸਿੰਘ ਜੀ ਇਹ ਵੀ ਪਹੁੰਚੇ ਹੋਏ ਆ, ਧੰਨਵਾਦ ਆ। ਭਾਈ ਚਮਕੌਰ ਸਿੰਘ ਜੀ ਆਨੰਦਪੁਰੀ ਵੀਰ ਜਿਹੜੇ ਇਸੇ ਤੁਹਾਡੇ ਨਗਰ ਦੇ ਰਹਿਣ ਵਾਲੇ ਆ, ਬੜਾ ਸਹਿਯੋਗ ਕਰਦੇ ਆ। ਸੋ ਉਪਰਾਲਾ ਉਹਨਾਂ ਕੀਤਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਹਰਪ੍ਰੀਤ ਸਿੰਘ ਦੁੱਲਾ ਜੀ ਪਹੁੰਚੇ ਹੋਏ ਆ, ਗੁਰਪ੍ਰੀਤ ਸਿੰਘ ਜੀ ਦਸਤਾਰ ਕੋਟ ਸਾਡੇ ਵੀਰ ਪਹੁੰਚੇ ਆ ਜਿਨ੍ਹਾਂ ਨੇ ਜੱਜਮੈਂਟ ਕੀਤੀ ਹੈ। ਉਹਨਾਂ ਦੇ ਨਾਲ ਭਾਈ ਗੁਰਵੀਰ ਸਿੰਘ ਜੀ ਮਜੀਠਾ,
ਉਹ ਪਹੁੰਚੇ ਆ, ਉਹਨਾਂ ਦਾ ਧੰਨਵਾਦ। ਭਾਈ ਅਵਤਾਰ ਸਿੰਘ ਜੀ ਬੁਢਲਾਡੇ ਤੋਂ, ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਵਿੱਚ ਸੇਵਾ ਨਿਭਾ ਰਹੇ ਆ, ਜੋ ਅਕੈਡਮੀ ਚਲਾ ਰਹੇ ਆ। ਇਹਨਾਂ ਦੇ ਕੋਲ ਬੱਚੇ ਵੀ ਜਿਹੜੇ ਆ ਨਿਸ਼ਕਾਮ ਦੇ ਤੌਰ ਤੇ ਉਹਨਾਂ ਨੂੰ ਸੇਵਾ ਦੇ ਰਹੇ ਆ, ਸੰਗੀਤ ਸਿਖਾ ਰਹੇ ਆ। ਇਹਨਾਂ ਦਾ ਬਹੁਤ ਧੰਨਵਾਦ। ਪਹੁੰਚੇ ਆ ਸਾਬਕਾ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਹੋਣੀ, ਜਿਹੜੇ ਬੜਾ ਪਿਆਰ ਬਖਸ਼ਿਸ਼ ਕਰਦੇ ਆ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਆ, ਇਹਨਾਂ ਦਾ ਧੰਨਵਾਦ। ਉਹਨਾਂ ਦੇ ਨਾਲ ਭਾਈ ਬਲਵੰਤ ਸਿੰਘ ਜੀ ਸਾਬਕਾ ਪ੍ਰਧਾਨ, ਉਹ ਵੀ ਪਹੁੰਚੇ ਹੋਏ ਆ। ਮੌਜੂਦਾ ਪ੍ਰਧਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਭਾਈ ਗੰਧੂਰ ਸਿੰਘ ਜੀ ਤੇ ਉਹਨਾਂ ਦੇ ਨਾਲ ਸਮੁੱਚੀ ਕਮੇਟੀ ਪਹੁੰਚੀ ਆ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਸਰਦਾਰ ਅਜੈਬ ਸਿੰਘ ਜੀ ਨੰਬਰਦਾਰ, ਉਹ ਪਹੁੰਚੇ ਆ। ਸਰਦਾਰ ਦਲਜੀਤ ਸਿੰਘ ਜੀ ਟਿੱਡੂ ਟੀਵੀ ਤੋਂ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ। ਨਗਰ ਦੀ ਪੰਚਾਇਤ ਪਹੁੰਚੀ ਹੋਈ ਹੈ, ਸਰਦਾਰ ਜਗਜੀਤ ਸਿੰਘ ਜੀ ਜੱਜਮੈਂਟ ਕਰ ਰਹੇ ਸੀ, ਉਹ ਪਹੁੰਚੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸੋ ਆਓ ਹੁਣ ਮੈਂ ਬੇਨਤੀ ਕਰਾਂਗਾ ਭੈਣ ਹਰਪ੍ਰੀਤ ਕੌਰ ਜੀ ਬੁਢਲਾਡੇ ਤੋਂ ਪਹੁੰਚੀ ਹੈ, ਬੱਚੀ ਸਾਡੀ ਦਸਤਾਰ ਸਿਖਲਾਈ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਸਤੇ। ਬੱਚੀ ਦਾ ਬਹੁਤ ਬਹੁਤ ਧੰਨਵਾਦ। ਸੋ ਵੀਰ ਜੀ ਨੇ ਸਾਰਾ ਕੁਝ ਦੱਸ ਦਿੱਤਾ, ਬਹੁਤਾ ਸਮਾਂ ਆਪਾਂ ਨਹੀਂ ਲੈਣਾ। ਹੁਣ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਟੇਜ ਤੇ ਮੈਡਲ ਦੇ ਕੇ, ਸਰਟੀਫਿਕੇਟ ਦੇ ਕੇ ਤੁਹਾਨੂੰ ਸਾਰਿਆਂ ਨੂੰ ਸਨਮਾਨਿਤ ਵੈਸੇ ਕਰਾਂਗੇ ਸਰਟੀਫਿਕੇਟਾਂ ਦੇ ਨਾਲ। ਪਰ ਜਿਹੜੇ ਬੱਚਿਆਂ ਨੂੰ ਪੋਜੀਸ਼ਨਾਂ ਆਈਆਂ, ਸੋਹਣੀਆਂ ਦਸਤਾਰਾਂ ਬੰਨੀਆਂ, ਵੈਸੇ ਦਸਤਾਰ ਸਾਰਿਆਂ ਦੀ ਸੋਹਣੀ ਹੁੰਦੀ ਹੈ। ਦਸਤਾਰ ਸਟੇਜ ਤੇ ਸਾਡੀ ਵੀ ਕੱਪੜਾ ਨਹੀਂ ਹੈ, ਜਿਵੇਂ ਭਾਈ ਸਾਹਿਬ ਦੱਸ ਰਹੇ ਸੀ ਨਾ, ਇਹ ਸਾਡੇ ਗੁਪਤਾਰ ਦੀ ਨਿਸ਼ਾਨੀ ਹੈ, ਸਾਡੇ ਕਿਰਦਾਰ ਦੀ ਨਿਸ਼ਾਨੀ ਹੈ। ਸਾਨੂੰ ਦੂਰੋਂ ਵੇਖ ਕੇ ਲੋਕੀ ਸਲਾਮਾਂ ਕਰਦੇ ਆ। ਤੁਸੀਂ ਮੈਨੂੰ ਮੌਕਾ ਮਿਲਿਆ ਅਦਰ ਸਪੇਸਾਂ ਦੇ ਵਿੱਚ ਜਾਣ ਦਾ, ਤੇ ਮੈਂ ਦੇਖਦਾ ਸੀ, ਦਸਤਾਰਾਂ ਵੇਖਦੇ ਸੀ ਨਾ, ਤੇ ਕਈ ਵਾਰ ਫੋਟੋ ਖਿਚਾਉਣ ਵੀ ਕੋਲ ਆ ਜਾਂਦੇ ਸੀ ਵੀ ਸਾਡੇ ਨਾਲ ਫੋਟੋ ਕਰਾ ਲਓ ਜੀ। ਇੰਨਾ ਪਿਆਰ ਬਖਸ਼ਿਸ਼ ਕਰਦੇ ਆ। ਸੋ ਬਹੁਤ ਹੀ ਸੋਹਣਾ ਉਪਰਾਲਾ ਨਗਰ ਦੇ ਵੱਲੋਂ ਕੀਤਾ ਗਿਆ ਸੀ। ਰੋਮ ਰੋਮ ਕਰਕੇ ਦੇਣੀ ਆ। ਤੇ ਨਾਲ ਹੀ ਮੈਂ ਬੇਨਤੀ ਕਰਕੇ ਜਾਵਾਂਗਾ, ਕਮੇਟੀ ਨੂੰ ਬੇਨਤੀ ਕਰਾਂਗਾ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ, ਤੁਸੀਂ ਸਾਨੂੰ ਦੱਸੋ। ਸਰਟੀਫਿਕੇਟਾਂ ਦੀ ਲੋੜ ਪੈਂਦੀ ਹੈ, ਸਾਨੂੰ ਦੱਸੋ। ਮੈਡਲਾਂ ਦੀ ਲੋੜ ਪੈਂਦੀ ਹੈ, ਸਾਨੂੰ ਦੱਸੋ। ਅਸੀਂ ਹਰ ਜ਼ਿਲ੍ਹੇ ਤੁਹਾਡਾ ਹੁਕਮ ਸਿਰ ਮੱਥੇ ਸਤਿਕਾਰ ਕਰਕੇ ਜਿੰਨਾ ਕੁ ਸਾਡੇ ਤੋਂ ਹੋਏਗਾ ਅਸੀਂ ਜ਼ਰੂਰ ਕਰਦੇ ਰਵਾਂਗੇ। ਪਰ ਲੋੜ ਆ ਬੱਚਿਓ, ਦਸਤਾਰਾਂ ਬੰਨਿਆ ਕਰੋ। ਇਹ ਨਹੀਂ ਕਿ ਅੱਜ ਤੁਸੀਂ ਮੁਕਾਬਲੇ ਵਿੱਚ ਬੰਨ ਲਈ, ਕੱਲ੍ਹ ਨੂੰ ਜਾ ਕੇ ਨਾ ਬੰਨੋ। ਤੁਸੀਂ ਹਰ ਰੋਜ਼ ਦਸਤਾਰਾਂ ਬੰਨੋ। ਮੈਂ ਇੱਕ ਬੇਨਤੀ ਹੋਰ ਕਰਦੇ ਆ, ਤੁਸੀਂ ਇੱਕ ਫੋਟੋ ਦਸਤਾਰ ਬੰਨ ਕੇ ਖਿੱਚ ਲਿਓ, ਜਿਹੜੇ ਮੋਨੇ ਨੇ ਮੇਰੇ ਵੀਰ, ਤੇ ਇੱਕ ਫੋਟੋ ਬਿਨਾਂ ਦਸਤਾਰ ਤੋਂ ਖਿੱਚ ਲਿਓ। ਜਿਹੜੀ ਤੁਹਾਨੂੰ ਵਧੀਆ ਲੱਗੇਗੀ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਤੁਸੀਂ ਦਸਤਾਰ ਨਾਲ ਤੁਸੀਂ ਕਿੰਨੇ ਫੱਬਦੇ ਹੋ। ਇਸ ਕਰਕੇ ਦਸਤਾਰਾਂ ਹਰ ਰੋਜ਼ ਹੀ ਬੰਨਿਆ ਕਰੋ। ਤੋਂ ਸਾਡੇ ਮੈਂ ਜੱਜ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਰਿਜ਼ਲਟ ਆ ਉਹ ਆਪ ਸੰਗਤਾਂ ਨੂੰ, ਤੁਹਾਨੂੰ ਬੱਚਿਆਂ ਨੂੰ ਉਹ ਅਨਾਉਂਸ ਕਰ। ਆਪਣਾ ਪਹਿਲਾ ਗਰੁੱਪ ਸੀ 6 ਤੋਂ 13 ਸਾਲ ਦੀ ਏਜ। ਇਹਨਾਂ ਦੇ ਵਿੱਚੋਂ ਪਹਿਲਾ ਜਿਹੜਾ ਸਥਾਨ ਪ੍ਰਾਪਤ ਕੀਤਾ ਹੈ ਬੱਚਾ ਸੁਰਿੰਦਰ ਸਿੰਘ। ਬੋਲੇ ਸੋ ਨਿਹਾਲ। ਸੋ ਦੂਜਾ ਬੱਚਾ ਜੀ, ਦੂਜੇ ਸਥਾਨ ਤੇ ਆਉਣ ਵਾਲਾ ਬੱਚਾ ਗੁਰਕੀਰਤ ਸਿੰਘ। ਬੋਲੇ ਸੋ ਨਿਹਾਲ। ਤੀਜੇ ਬੱਚੇ ਨੂੰ ਬੇਨਤੀ ਹੈ, ਤੀਜਾ ਬੱਚਾ ਜੀ ਜਿਨ੍ਹਾਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਵਿਕਰਮਜੀਤ ਸਿੰਘ। ਬੋਲੇ ਸੋ ਨਿਹਾਲ। ਇਹਨਾਂ ਤਿੰਨਾਂ ਬੱਚਿਆਂ ਦੀਆਂ ਪੋਜੀਸ਼ਨਾਂ ਆਈਆਂ ਫਸਟ, ਸੈਕੰਡ ਤੇ ਥਰਡ। ਬਾਕੀ ਬੱਚਿਆਂ ਨੇ ਬੜੀਆਂ ਸੋਹਣੀਆਂ ਦਸਤਾਰਾਂ ਬੰਨੀਆਂ ਨੇ। ਸਾਰਿਆਂ ਦੇ ਤਹਿ ਦਿਲੋਂ ਧੰਨਵਾਦ। ਸਾਡਾ ਬੈਚ ਹੈ ਜੀ ਸੈਕੰਡ ਗਰੁੱਪ, ਦੂਜਾ ਗਰੁੱਪ। ਉਹ ਹੈ ਜੀ 13 ਤੋਂ 20 ਸਾਲ। ਤੀਜਾ ਸਥਾਨ ਜਿਹੜਾ ਪ੍ਰਾਪਤ ਕੀਤਾ ਜੀ ਉਹ ਹੈ ਕਰਨਪ੍ਰੀਤ ਸਿੰਘ। ਬੋਲੇ ਸੋ ਨਿਹਾਲ। ਇਸ ਵੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਦੂਜਾ ਸਥਾਨ ਪ੍ਰਾਪਤ ਕੀਤਾ ਜੀ ਉਹ ਹੈ ਵੀਰ ਨਿਸ਼ਾਨ ਸਿੰਘ। ਨਿਸ਼ਾਨ ਸਿੰਘ। ਬੋਲੇ ਸੋ ਨਿਹਾਲ। ਉਸ ਤੋਂ ਬਾਅਦ ਜੀ ਜਿਹੜਾ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹਨਾਂ ਦਾ ਨਾਮ ਹੈ ਅਰਸ਼ਦੀਪ ਸਿੰਘ। ਸੋ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਅਗਲਾ ਜਿਹੜਾ ਆਪਣਾ ਗਰੁੱਪ ਹੈ ਜੀ 20 ਤੋਂ ਅਪ, ਵੀਰ ਜਗਸੀਰ ਸਿੰਘ ਜਿਨ੍ਹਾਂ ਨੇ ਤੀਜਾ ਸਥਾਨ ਹਾਸਲ ਕੀਤਾ। ਬੋਲੇ ਸੋ ਨਿਹਾਲ। ਉਸ ਤੋਂ ਬਾਅਦ ਜਿਨ੍ਹਾਂ ਨੇ ਦੂਸਰਾ ਸਥਾਨ ਹਾਸਲ ਕੀਤਾ ਵੀਰ ਸਿਮਰਨਜੀਤ ਸਿੰਘ। ਬੋਲੇ ਸੋ ਨਿਹਾਲ। ਸੋ ਜਿਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਉਹ ਹੈ ਜੀ ਵੀਰ ਸਾਡਾ ਸੁਖਚੈਨ ਸਿੰਘ। ਬੋਲੇ ਸੋ ਨਿਹਾਲ। ਸੋ ਇਹਨਾਂ ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ ਹੈ ਜੀ। ਬੋਲੇ ਸੋ ਨਿਹਾਲ।
ਗਿਆਨੀ ਹਰਪ੍ਰੀਤ ਸਿੰਘ ਜੀ ਤੇ ਪਹੁੰਚੇ ਹੋਏ ਜਥੇ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਦੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਸਾਡੇ ਨਗਰ ਦੀ ਸ਼ੋਭਾ ਵਧਾਈ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਦੱਸੀਆਂ ਹੋਈਆਂ ਰੀਤਾਂ ਮੁਤਾਬਕ ਚੱਲਣ ਬਾਰੇ ਸਿੱਖਿਆ ਦਿੱਤੀ। ਤੇ ਦੂਸਰੀ ਗੱਲ ਇਹ ਆ ਵੀਰੋ ਕਿ ਮੇਰੇ ਭਰਾ ਛੋਟੇ ਹਨ ਸਾਰੇ, ਵੀ ਜਿੱਥੋਂ ਵੀ ਆਪਾਂ ਨੂੰ ਕੋਈ ਚੰਗਾ ਸਿੱਖਣ ਨੂੰ ਮਿਲਦਾ ਜ਼ਰੂਰ ਸਿੱਖਿਆ ਕਰੋ, ਚੰਗੇ ਕੰਮ ਦੀ ਕਾਪੀ ਕਰੋ, ਮਾੜੇ ਕੰਮਾਂ ਨੂੰ ਛੱਡੋ। ਦਸਤਾਰ ਬੰਨਾਂਗੇ ਤਾਂ ਆਪਾਂ ਨੂੰ ਚੰਗਾ ਸਿੱਖਣ ਨੂੰ ਮਿਲੂਗਾ ਤੇ ਆਪਣੇ ਮਨ ਦੀ ਜਿਹੜੀ ਅੰਦਰੋਂ ਆਤਮਾ ਉਹ ਵੀ ਆਪਾਂ ਵੀ ਖੁਸ਼ ਹੁੰਦੇ ਆਗੇ ਸਿੱਖੀ ਸਰੂਪ ਚ ਆ ਕੇ। ਤੇ ਮੇਰੀ ਤਾਂ ਇੰਨੀ ਕੀ ਬੇਨਤੀ ਹੈ, ਜਿੱਥੇ ਵੀ ਕੋਈ ਚੰਗਾ ਮਿਲਦਾ ਤਾਂ ਜ਼ਰੂਰ ਸਿੱਖੋ। ਜਿਵੇਂ ਕਿ ਅੱਜ ਦਾ ਕੀਮਤੀ ਟਾਈਮ ਕੱਢ ਕੇ ਸਾਧ ਸੰਗਤ ਸਾਰੇ ਆਪਣੇ ਗਿਆਨੀ ਸਾਹਿਬਾਨ ਪਹੁੰਚੇ ਹੈਗੇ, ਆਪਾਂ ਨੂੰ ਇਹਨਾਂ ਨੇ ਆਪਦੇ ਵਿਚਾਰ ਰੱਖੇ ਆ, ਬਹੁਤ ਕੁਝ ਚੰਗਾ ਸਿੱਖਣ ਨੂੰ ਮਿਲਿਆ ਤੇ ਜਿੱਥੋਂ ਵੀ ਕੋਈ ਚੰਗਾ ਸਿੱਖਣ ਨੂੰ ਮਿਲਦਾ ਜ਼ਰੂਰ ਸਿੱਖਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅੱਗੇ ਆ ਜਾਓ, ਸਾਰੀ ਆ ਜਾਓ ਜੀ। ਭਾਈ ਨਿਰਮਲ ਸਿੰਘ ਜੀ ਆਪ ਜੀ ਵੀ ਅੱਗੇ ਆ ਜਾਓ, ਸਾਰੇ ਆ ਜਾਓ, ਜਿਨ੍ਹਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਤੇ ਸਨਮਾਨ ਚਿੰਨ੍ਹ ਦੇ ਕੇ ਜਿਹੜਾ ਆਪ ਨੂੰ ਸਨਮਾਨਿਤ ਕੀਤਾ ਜਾਣਾ ਤੇ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਆਪ ਜੀ ਇਸ ਤਰੀਕੇ ਨਾਲ ਸਹਿਯੋਗ ਦਿੰਦੇ ਰਹੋ। ਬੇਨਤੀ ਕਰਾਂਗਾ ਜੀ ਮੋਹਨ ਸਿੰਘ ਜੀ ਉਹਨਾਂ ਨੂੰ, ਬਾਬਾ ਜੀ ਉਹਨਾਂ ਨੂੰ, ਭਾਈ ਹਰਪ੍ਰੀਤ ਸਿੰਘ ਨੂੰ ਅੱਗੇ ਆ ਜਾਣ ਸਨਮਾਨ ਆਜ ਸਿੰਘ ਸਾਹਿਬ ਅੱਗੇ ਆ ਜਾਓ। ਅਵਤਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਵੀਰ ਗੁਰਦੇਵ ਸਿੰਘ ਜੀ, ਉਹਨਾਂ ਨੂੰ ਬੇਨਤੀ ਅੱਗੇ ਆ ਜਾਓ, ਸਨਮਾਨ ਚਿੰਨ੍ਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ। ਵੀਰ ਗੁਰਦੇਵ ਸਿੰਘ ਜੀ। ਬੋਲੇ ਸੋ ਨਿਹਾਲ। ਨਾਲ ਬੇਨਤੀ ਆ ਭਾਈ ਗੁਰਪ੍ਰੀਤ ਸਿੰਘ ਵੀਰਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ, ਜੋ ਇਸ ਸਭੇ ਤੇ ਪਹੁੰਚੇ ਆ ਸਾਡੇ ਦਰਮਿਆਨ। ਸੋ ਨਿਹਾਲ। ਭਾਈ ਸੁਖਵਿੰਦਰ ਸਿੰਘ ਬੋਲੇ ਸੋ ਨਿਹਾਲ। ਭਾਈ ਹਰਪ੍ਰੀਤ ਸਿੰਘ ਜੀ ਦੁੱਗੜਾ, ਉਹਨਾਂ ਨੂੰ ਬੇਨਤੀ ਹੈ ਸਨਮਾਨ ਕਰਨ ਦੀ ਕਿਰਪਾਲਤਾ ਕਰੋ ਜੀ। ਬੋਲੇ ਸੋ ਨਿਹਾਲ। ਬੇਨਤੀ ਹੈ ਵੱਡੇ ਵੀਰ ਭਾਈ ਮਨਮੋਹਨ ਸਿੰਘ ਨੂੰ ਸਨਮਾਨ ਕਰਨ ਦੀ ਕਿਰਪਾਲਤਾ ਕਰੋ। ਬੇਨਤੀ ਕਰੂੰਗਾ ਗੁਰਵਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ। ਬੇਨਤੀ ਕਰਦੇ ਆ ਗੁਰਵਿੰਦਰ ਸਿੰਘ ਜੀ ਜੋ ਪ੍ਰਚਾਰਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਤੁਹਾਡੇ ਲੰਮਾ ਸਮਾਂ ਰਹਿ ਗਏ ਗਏ ਨੇ, ਹੁਣ ਤੱਕ ਆਵੇਂ ਦੀ ਸੇਵਾ ਕਰਕੇ ਗਏ ਨੇ ਅੱਜ ਸਵੇਰੇ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਭਾਈ ਮੈਂ ਬੇਨਤੀ ਕਰੂੰਗਾ ਹਰਦੀਪ ਕੌਰ ਮੈਂ ਆਈ ਹੈ, ਉਹਨਾਂ ਨੂੰ ਉਹਦੇ ਅੱਗੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨਾ ਹੈ। ਹਰਦੀਪ ਕੌਰ ਕੌਣ ਹੈ ਆਜੋ ਵੀਰੇ ਤੇ ਨਾਲ ਹੀ ਬੇਨਤੀ ਹੈ ਹਰਦੀਪ ਕੌਰ ਦੇ ਨਾਲ ਬੇਨਤੀ ਕਰੂੰਗਾ ਚਮਕੌਰ ਸਿੰਘ ਜਿਨ੍ਹਾਂ ਨੇ, ਮੈਂ ਸਮਝਦਾ ਜਿਹੜਾ ਪ੍ਰੋਗਰਾਮ ਕੋਈ ਵੀ ਲਿਖਿਆ ਜਾਂਦਾ ਹੁੰਦਾ ਜਦੋਂ ਸ਼ੁਰੂ ਕਰਨਾ ਹੁੰਦਾ ਉਦੋਂ ਥੋੜਾ ਜਿਹਾ ਔਖਾ ਹੁੰਦਾ, ਉਹ ਚਮਕੌਰ ਸਿੰਘ ਨੇ ਮੈਂ ਦੇਖਿਆ ਸਾਨੂੰ ਵਾਰੀ ਫੋਨ ਕਰਕੇ ਉਹਨਾਂ ਦਾ ਵੀ ਮਾਨ ਸਨਮਾਨ ਬਣਦਾ ਹੈ, ਉਹ ਵੀ ਆ ਕੇ ਸਨਮਾਨ ਲੈ ਰਹੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਸੁਖਵਿੰਦਰ ਸਿੰਘ ਜੀ ਧੰਨ ਧੰਨ ਬਾਬਾ ਵਿਧੀ ਚੰਦ ਪਾਲ ਆਉਲੈਂਡ ਦੀ ਬਖਸ਼ਿਸ਼। ਬੋਲੇ ਸੋ ਨਿਹਾਲ। ਮਹਿਕਦੀਪ ਸਿੰਘ ਜੀ ਮਝੈਲ ਗੁਰੂ ਦੀ ਬਖਸ਼ਿਸ਼ ਜੀ। ਬੋਲੇ ਸੋ ਨਿਹਾਲ। ਸਤਨਾਮ ਸਿੰਘ ਜੀ ਮਾਨੋ ਚਾਲ ਜੀ। ਬੋਲੇ ਸੋ ਨਿਹਾਲ। ਗੁਰਵਿੰਦਰ ਸਿੰਘ ਜੀ ਤਰਨਤਾਰਨ ਤੋਂ ਗੁਰਵਿੰਦਰ ਸਿੰਘ ਜੀ। ਬੋਲੇ ਸੋ ਨਿਹਾਲ। ਚਮਕੌਰ ਸਿੰਘ ਜੀ ਆਨੰਦਪੁਰੀ। ਭਾਈ ਹਰਪ੍ਰੀਤ ਸਿੰਘ ਜੀ ਦੁੱਲੜਾ ਆਪ ਜੀ ਦੀ ਅੱਗੇ ਆ ਜਾਂਦੀ। ਗੁਰਪ੍ਰੀਤ ਸਿੰਘ ਜੀ ਦਸਤਾਰ ਕੋਚ ਵੀ ਆ ਜਾਓ। ਬੋਲੇ ਸੋ ਨਿਹਾਲ। ਭਾਈ ਗੁਰਪ੍ਰੀਤ ਸਿੰਘ ਜੀ ਆਪ ਜੀ ਵੀ ਆ ਜਾਓ। ਬੋਲੇ ਸੋ ਨਿਹਾਲ। ਗੁਰਲੀਨ ਸਿੰਘ ਜੀ ਮਜੀਠਾ ਦਸਤਾਰ ਕੋਚ ਵੀ ਆ ਜਾਓ ਜੀ। ਗੁਰਲੀਨ ਸਿੰਘ ਜੀ। ਉਸ ਤੋਂ ਬਾਅਦ ਭਾਈ ਅਵਤਾਰ ਸਿੰਘ ਜੀ, ਭਾਈ ਮਰਦਾਨਾ ਗੁਰਮੁਖੀ ਅਕੈਡਮੀ ਤੋਂ ਆਏ ਨੇ, ਆਪ ਜੀ ਦੇ ਅੱਗੇ ਆ ਜਾਓ।
ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਾਬਕਾ ਪ੍ਰਧਾਨ ਸਰਦਾਰ ਭਗਵੰਤ ਸਿੰਘ ਬੋਲੇ ਸੋ ਨਿਹਾਲ ਮੌਜੂਦਾ ਪ੍ਰਧਾਨ ਗੰਦੂਰ ਸਿੰਘ ਜੀ ਉਹ ਵੀ ਆ ਜਾਓ ਜੀ ਪ੍ਰਧਾਨ ਗੰਦੂਰ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਕੋਈ ਵੀ ਵੀਰ ਹੋ ਗਿਆ ਉਹਨਾਂ ਨੂੰ ਪਾ ਦਿਓ ਕੋਈ ਵੀ ਵੀਰ ਹੋ ਗਿਆ ਬੋਲੇ ਸੋ ਨਿਹਾਲ ਸਰਦਾਰ ਅਜੈਬ ਸਿੰਘ ਜੀ ਨੰਬਰਦਾਰ ਜੀ ਉਹਨਾਂ ਨੂੰ ਵੀ ਬੇਨਤੀ ਹੈ ਬੋਲੇ ਸੋ ਨਿਹਾਲ ਦਲਜੀਤ ਸਿੰਘ ਜੀ ਟੀਟੂ ਤੋਂ ਜਿਹੜੇ ਕਿ ਸਾਰੀ ਸੇਵਾ ਸੰਚਾਲਨ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਸੰਪਾਲ ਲੈਣ ਦੀ ਕਿਰਪਾਲਤਾ ਕਰੋ ਦਲਜੀਤ ਸਿੰਘ ਜੀ ਬੋਲੇ ਸੋ ਨਿਹਾਲ ਬੰਨਿਆ ਕਰੀ ਭਰਾ ਬੰਨਿਆ ਕਰੀ ਇਹਨੂੰ ਸਰਦਾਰ ਜਗਜੀਤ ਸਿੰਘ ਜੀ ਜੇ ਜਗਮਨ ਕਰ ਰਹੇ ਸਨ ਉਹਨਾਂ ਦੀ ਬੇਨਤੀ ਉਹਨੇ ਪਿਆਰੇ ਜੀ ਚਮਕੌਰ ਸਿੰਘ ਜੀ ਅਨੰਦਪੁਰੀ ਉਹਨਾਂ ਨੂੰ ਵੀ ਬੇਨਤੀ ਹੈ ਚਮਕੌਰ ਸਿੰਘ ਜੀ ਅਨੰਦਪੁਰੀ ਬੋਲੇ ਸੋ ਨਿਹਾਲ ਸਾਡੇ ਵੀਰ ਚਮਕੌਰ ਸਿੰਘ ਜੀ ਅਨੰਦਪੁਰੀ ਬੇਨਤੀ ਹੈ ਲੋ ਬੋਲੇ ਸੋ ਨਿਹਾਲ ਸੋਨਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਵੀ ਭਾਈ ਮੋਹਨ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕਰਨ ਦੀ ਕਿਰਪਾਲਤਾ ਕਰੋ ਯੂਨੀਵਰਸਿਟੀ ਦੇ ਨਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੇਨਤੀ ਹੈ ਭਾਈ ਨਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।